ਬਾਬਾ ਜੀ ਹੁਣ ਤੱਕ ਬਹੁਤ ਦਇਆ ਮਿਲ ਰਹੀ ਹੈ, ਅੱਗੇ ਵੀ ਐਂ ਬਣਾਈ ਰੱਖਣਾ, ਬੱਚਿਆਂ ਤੇ ਸਭ ਤੇ ਪੂਰੇ ਪਰਿਵਾਰ ਤੇ ਆਪਣੇ ਨਾਲ ਰੱਖਣਾ। ਬਾਬਾ ਜੀ ਸ਼ਾਦੀ ਤੋਂ ਬਾਅਦ ਹੀ ਪਤਾ ਚੱਲਿਆ ਕਿ ਪਰਮੇਸ਼ਵਰ ਹੀ ਪਤੀ ਹੈ। ਹੁਣ ਉਸ ਤੋਂ ਪਹਿਲਾਂ ਬਾਬਾ ਜੀ ਪੂਜਾ ਪਾਠ ਵੱਲ ਹੀ ਸੀਗਾ, ਤੇ ਮਤਲਬ ਹੁਣ ਉਹਦੇ ਪ੍ਰਤੀ ਇੰਨਾ ਪਿਆਰ ਕਸ਼ਿਸ਼ ਪੈਦਾ ਨਹੀਂ ਹੋ ਪਾ ਰਿਹਾ, ਦੁਨਿਆਵੀ ਚੀਜ਼ਾਂ 'ਚ ਹੀ ਲੱਗਿਆ ਰਿਹਾ ਹੈ ਹੁਣ ਤੱਕ। ਇਹੀ ਮਤਲਬ ਅੱਛੇ ਇਨਸਾਨ ਬਣਨ ਦੇ ਨਾਲ ਨਾਲ ਕਰਦਿਆਂ ਨੇ ਇਹੀ ਸਮਝਾਇਆ ਕਿ ਵੀ ਪਤੀ ਜੋ ਉਹਦਾ ਪਰਿਵਾਰ ਕਹਿੰਦਾ ਹੈ ਉਵੇਂ ਹੀ ਚੱਲੋ। ਉਹਨਾਂ ਦਾ ਕਹਿਣਾ ਮੰਨਿਆ ਤਾਂ ਹੀ ਇਸ ਧਰਮ ਤੇ ਆਈ ਹਾਂ, ਇਸ ਰਸਤੇ ਤੇ ਆਈ ਹਾਂ, ਪਰ ਪਿਆਰ ਨਹੀਂ ਪੈਦਾ ਹੋ ਪਾ ਰਿਹਾ ਉਹਦੇ ਪ੍ਰਤੀ। ਨਹੀਂ ਬੇਟਾ, ਨਹੀਂ ਐ ਨਹੀਂ ਹੁੰਦਾ। ਆਪਾਂ ਤਾਂ ਬੇਟਾ ਕਿਤਾਬਾਂ ਪੜ੍ਹ ਲੀਆਂ, ਪਿਕਚਰਾਂ ਦੇਖ ਲੀਆਂ, ਟੀਵੀ ਸੀਰੀਅਲ ਦੇਖ ਰਹੇ, ਉਹਨਾਂ ਵਿੱਚ ਜਿਵੇਂ ਪਿਆਰ ਪੇਸ਼ ਕੀਤਾ ਜਾਂਦਾ ਹੈ ਨਾ, ਸਾਡੇ ਮਨ ਵਿੱਚ ਵੀ ਉਹੀ ਪ੍ਰਭਾਵ ਆ ਜਾਂਦਾ ਕਿ ਇਸ ਤਰ੍ਹਾਂ ਪਿਆਰ ਹੋਊਗਾ। ਬੇਟਾ ਪਿਆਰ ਤਾਂ ਬੜੀ ਉੱਚੀ ਅਵਸਥਾ ਵਿੱਚ ਜਾ ਕੇ ਹੁੰਦਾ ਹੈਗਾ। ਇਹ ਤਾਂ ਜਿਸਮ ਦੀ ਲੋੜ ਕਹਿ ਲਓ, ਆਪਣੇ ਜ਼ਿੰਦਗੀ ਦੀ ਲੋੜ ਕਹਿ ਲਓ, ਸੁਸਾਇਟੀ ਜੋ ਚਾਹੁੰਦੀ ਹੈ ਉਸ ਹਿਸਾਬ ਦੇ ਨਾਲ। ਇਸ ਕਰਕੇ ਬੇਟਾ ਰਿਸ਼ਤਾ ਜੁੜੂਗਾ, ਇੱਕ ਦੂਜੇ ਦਾ ਸਾਥ ਹੋਊਗਾ, ਆਪਣੇ ਆਪ ਉਸ ਅਵਸਥਾ ਵਿੱਚ ਆਵਾਂਗੇ। ਪਰਖਾਂ ਵਿੱਚ ਨਾ ਪਾਓ। ਤੁਸੀਂ ਕਿਤਾਬਾਂ ਪੜ੍ਹ ਕੇ ਨਾ ਸੋਚ ਲੈਂਦੇ ਹੋ ਕਿ ਜੀ ਬਸ ਇਹ ਪਿਆਰ ਦੀ ਨਿਸ਼ਾਨੀ ਹੋਣੀ ਚਾਹੀਦੀ ਹੈ। ਪਿਆਰ ਦੀ ਇਹ ਨਿਸ਼ਾਨੀ ਨਹੀਂ ਹੁੰਦੀ। ਪਿਆਰ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਚੀਜ਼ ਨਿਭੇ, ਜਿਹੜਾ ਸਾਥ ਨਿਭਾਵੇ, ਔਰ ਉਹ ਸਿਰਫ ਇੱਕ ਮਾਲਿਕ ਨਿਭਾ ਸਕਦਾ, ਹੋਰ ਨਹੀਂ ਨਿਭਾ ਸਕਦਾ। ਬਾਕੀ ਸਭ ਗਰਜ਼ਾਂ ਦੇ ਰਿਸ਼ਤੇ ਹੈ। ਸਾਨੂੰ ਵੀ ਗਰਜ਼ ਹੈ, ਠੀਕ ਹੈ ਨਾ, ਹਰੇਕ ਨੂੰ ਗਰਜ਼ ਹੈ। ਇੱਥੇ ਸਭ ਤੋਂ ਨਜ਼ਦੀਕੀ ਮਹਾਰਾਜ ਜੀ ਕਿਹਾ ਕਰਦੇ ਸੀ ਜਿਹੜਾ ਰਿਸ਼ਤਾ ਬੱਚੇ ਦਾ ਮਾਂ ਦਾ ਹੈ, ਪਰ ਉੱਥੇ ਵੀ ਥੋੜ੍ਹੀ ਜਿਹੀ ਗਰਜ਼ ਹੈ। ਮਾਂ ਨੂੰ ਵੀ ਇਹ ਹੁੰਦਾ ਕਿ ਵੱਡਾ ਹੋ ਕੇ ਨਾ ਮੇਰੀ ਦੇਖਭਾਲ ਕਰੂਗਾ, ਉਹ ਵੀ ਗਰਜ਼ ਆ ਗਈ। ਸੋ ਇਹ ਜਿਹੜੇ ਸੱਚਾ ਜਾਂ ਸੁੱਚਾ ਹੈ ਸਿਰਫ ਮਾਲਿਕ ਦੇ ਨਾਲ ਹੈ ਬੇਟਾ। ਗੁਰੂ ਤਾਂ ਸਭ ਕੁਝ ਕਰ ਸਕਦਾ ਬਾਬਾ ਜੀ। ਇਹ ਆਪਾਂ ਕੀ ਕਰਨਾ ਚਾਹੁੰਦੇ ਹਾਂ ਬੇਟਾ? ਬਸ ਚਰਨਾਂ 'ਚ ਲਾਈ ਰੱਖਣਾ ਬਾਬਾ ਜੀ। ਬੇਟਾ ਦੂਜੇ ਦੀ ਜ਼ਿੰਮੇਵਾਰੀ ਨਾ ਦੇਖੋ, ਆਪਣੀ ਦੇਖੋ। ਆਪਾਂ ਸਾਰੇ ਦੂਜੇ ਦੇ ਉੱਤੇ ਪਾ ਦਿੰਦੇ ਆ ਕਿ ਉਹਨਾਂ ਨੂੰ ਇਹ ਕਰਨਾ ਚਾਹੀਦਾ। ਤੁਸੀਂ ਇਹ ਦੇਖੋ ਕਿ ਜੋ ਸਾਡੀਆਂ ਜ਼ਿੰਮੇਵਾਰੀਆਂ ਅਸੀਂ ਨਿਭਾ ਰਹੇ ਹਾਂ, ਜੇ ਆਪਾਂ ਨਿਭਾਵਾਂਗੇ ਆਪਣੇ ਆਪ ਸਾਡਾ ਬੋਝ ਹਲਕਾ ਹੋਊਗਾ ਬੇਟਾ। ਬੋਝ ਹਲਕਾ ਹੋਊਗਾ, ਇੰਨੀ ਹਿੰਮਤ ਮਿਲੂਗੀ, ਅਸੀਂ ਹਰੇਕ ਚੀਜ਼ ਦਾ ਸਾਹਮਣਾ ਕਰ ਸਕਾਂਗੇ, ਹਰੇਕ ਚੀਜ਼ ਨੂੰ ਉਸ ਭਾਵਨਾ ਦੇ ਨਾਲ ਅਪਣਾ ਸਕਾਂਗੇ, ਸੱਚੀ ਭਾਵਨਾ ਦੇ ਨਾਲ। ਇਸ ਕਰਕੇ ਆਪਣਾ ਦੇਖੋ ਬਜਾਏ ਇਹਦੇ ਕਿ ਦੂਜਿਆਂ ਨੂੰ ਕੀ ਕਰਨਾ ਚਾਹੀਦਾ। Is there really life after death? And what does life after death actually mean? Our life on earth, our presence and existence must mean something more than just being, so that we move on to an afterlife, whatever that may be. If there is a God or higher spiritual entity, why is he watching mankind go through a mess, not just now, but through the eons? Some people say you're God on earth. Why aren't you doing something about it? No, I'm not God on earth, and I don't think so anybody should say it. Sometimes in our emotion we get carried away and we say all those things. God can never be in the physical form. God is the Shabad. He's not a human being. And neither, because human being is restricted and he's within the parameters of the physical, and physical changes. We are seeking the truth which doesn't change, which is eternal. And that can only happen in the Shabad form, not in the physical form. Now, why does this all happen to us? It is all because of karma. Whatever we have, the seeds we have sown, as you sow, so shall you reap. Now, when we were sowing the seeds of these karmas, what is the law of karma? Action and reaction. So for every action, there's a reaction and there's a consequence. Now, when we took the action, we didn't think about it. But when we are having to face the reaction and the consequence, suddenly wake up and we say, why is this happening? So whatever happens, happens for a purpose. As human beings, we have destroyed the environment. We've destroyed everything around us. We've destroyed our relationships, everything. But when it comes to looking at the consequences, then we suddenly remember the Lord and say, why is he doing this to us? But haven't we done it to ourselves? We learn history in school, but history means understanding what mistakes we have made, and we don't repeat them. But in today's day and context, where science is concerned, other things are concerned, we may have gone forward, but have we learned from the mistakes we have made
through the different civilizations. If in today's day and world we have ethnic cleansing, if in today's day and world we judge each other on basis of color, religion, on caste and all that, so we have created these barriers. Lord created human beings. He never created religion. He never created barriers. We've created these barriers. And if we've created them, we have to break them down. And when we learn to get close to nature, when we learn to appreciate nature and our environment, only then when we can actually get true freedom. Today the bondage is not that he has locked the door. We are in the cages and we don't want to come out of those cages. He's willing to free you. The question is, are you willing to free yourself? Just try hard. Thank you. बाबा जी, मेरा पहला क्वेश्चन ये है कि आप सत्संग में बोलते हैं मन लगे ना लगे बैठो, तो वो तो कोशिश करने हैं क्यों, बिकॉज आई एम ए डायबिटिक, तो मैं हर 1.5 घंटे बाद उठना पैंदा है। एक चीज़, दूजी चीज़ ये कि हैंडीकैप होने करके मैं कुर्सी ते बहना वा, उत्थे मैं जिस कुर्सी ते बहना वा, जिस भजन का टाइम आता है उस वक्त मैं अपना अरेंज किया कि जी बैरागन है, बैरागन ना मैं एडजस्ट कर ला, लेकिन उस वक्त मैंने उठ के जो एडजस्टमेंट करनी पैंदी है उस टाइम ते मेरा जो डिस्टर्बेंस हो जाती है, 2 टाइम मेरी डिस्टर्बेंस होती है, ਉਹਦਾ मैं ਕੀ ਕਰਾਂ? ਕੋਈ ਡਿਸਟਰਬੈਂਸ ਨਹੀਂ ਹੁੰਦੀ। ਜੇ ਆਪਾਂ ਧਿਆਨ ਦੇ ਨਾਲ ਸਿਮਰਨ ਤੇ ਬੈਠਾਂਗੇ ਨਾ, ਉੱਠ ਕੇ ਭੱਜ ਕੇ ਵੀ ਆ ਜਾਈਏ ਤਾਂ ਧਿਆਨ ਉਸੇ ਤਰ੍ਹਾਂ ਲੱਗਿਆ ਰਹੂਗਾ। ਠੀਕ ਹੈ, ਤੁਸੀਂ ਕੁਰਸੀ ਤੇ ਬੈਠ ਸਕਦੇ ਹੋ, ਔਰ ਜੇ ਆਪਾਂ ਉਸ ਭਜਨ ਦੇ ਆਸਨ ਵਿੱਚ ਨਹੀਂ ਬੈਠ ਸਕਦੇ, ਅੱਗੇ ਸਿਰਹਾਣੇ ਚੁੱਕ ਕੇ ਸਿਰਹਾਣੇ ਰੱਖ ਲਿਓ, ਉਹਦੇ ਉੱਤੇ ਕੂਣੀਆਂ ਨੂੰ ਸਹਾਰਾ ਦੇ ਲਿਆ। ਮਕਸਦ ਹੈਗਾ ਕਿ ਧਿਆਨ ਲਗਾਈਏ। ਔਰ ਵਿੱਚੋਂ ਜੇ ਉੱਠਣਾ ਪੈਂਦਾ ਨਾ, ਉਹ ਫਿਰ ਉਸ ਸਾਈਡ ਡਿਸਟਰਬੈਂਸ ਹੋ ਜੇ ਜਾਂਦੀ। ਤੁਸੀਂ ਚੰਗੀ ਤਰ੍ਹਾਂ ਧਿਆਨ ਲਗਾਇਆ ਹੈ, ਮੈਂ ਬੇਨਤੀ ਕੀਤੀ, ਤੁਸੀਂ ਭਾਵੇਂ ਉੱਠ ਕੇ ਬਾਥਰੂਮ ਜਾ ਕੇ ਵੀ ਆ ਜਾਓਗੇ, ਉੱਥੋਂ ਫਿਰ ਸ਼ੁਰੂ ਹੋ ਜਾਊਗਾ, ਮਗਰ ਧਿਆਨ ਲਗਾਉਣਾ ਚਾਹੀਦਾ। ਸੱਚੇ ਦਿਲ ਦੇ ਨਾਲ ਕਰੋਗੇ, ਨਹੀਂ ਧਿਆਨ ਭਟਕੂਗਾ। ਮੇਰਾ ਦੂਜਾ ਕੁਐਸਚਨ ਹੈ, ਸਤਸੰਗ ਤੇ ਇੱਕ ਸ਼ਬਦ ਬੋਲਿਆ ਜਾਂਦਾ ਹੈ, ਗੁਰੂ ਮੁਝੇ ਆਪਣਾ ਰੂਪ ਦਿਖਾਓ, ਉਹਦੇ ਚ ਕਿਹਾ ਜਾਂਦਾ ਇਸ ਰੂਪ ਕੋ ਉਸਕੋ ਦਿਖਲਾਓ। ਇਹ ਇਸ ਦਾ ਮਤਲਬ ਕਿ ਜੋ ਮੇਰੇ ਸਾਹਮਣੇ ਆ ਬੈਠੇ ਆ, ਕੀ ਮੈਂ ਕਿ ਇਸ ਦਾ ਕੀ ਮਤਲਬ ਹੈ? ਉਹੀ ਹੈ ਕਿ ਇਹ ਜ਼ਰੀਆ ਹੈ ਉਸ ਤੱਕ ਪਹੁੰਚਣ ਦਾ। ਜਿਹੜਾ ਵਕਤ ਦਾ ਗੁਰੂ ਹੁੰਦਾ ਹੈ, ਉਹ ਸਾਨੂੰ ਸਿਖਾਉਣ ਵਾਸਤੇ ਆਉਂਦਾ ਹੈ, ਉਦਾਹਰਣ ਬਣ ਕੇ ਆਉਂਦਾ ਹੈ ਕਿ ਆਪਾਂ ਕਿਵੇਂ ਭਜਨ ਬੰਦਗੀ ਕਰਨੀ ਹੈ, ਕਿਵੇਂ ਉਹਦੇ ਹੁਕਮ, ਉਹਦੇ ਭਾਣੇ 'ਚ ਰਹਿਣਾ ਹੈ, ਔਰ ਕਿਵੇਂ ਭਜਨ ਸਿਮਰਨ ਕਰਨਾ ਹੈ। ਲੇਕਿਨ ਗੁਰੂ ਰੂਪ ਜਗ੍ਹਾ ਰੂਪ ਕਿਹੜਾ ਦੇਖਣਾ ਹੁੰਦਾ, ਜਿਹੜਾ ਇਸ ਦਾ ਮਤਲਬ ਕੀ ਹੈ? ਆਪਣਾ ਜਿਹੜਾ ਬਾਹਰਲਾ ਰੂਪ ਹੈ ਨਾ, ਆਪਾਂ ਸੰਬੰਧ ਜੋੜੇ ਹੋਏ ਹੈ, ਹਰੇਕ ਚੀਜ਼ ਦੇ ਨਾਲ ਕੋਈ ਨਾ ਕੋਈ ਸੰਬੰਧ ਹੈ। ਜਿਵੇਂ ਚੌਂਕੇ ਦਾ ਸੰਬੰਧ ਖਾਣੇ ਦੇ ਨਾਲ ਹੈ, ਦਫ਼ਤਰ ਦਾ ਸੰਬੰਧ ਕੰਮਕਾਜ ਦੇ ਨਾਲ ਹੈ, ਸੋ ਹਰੇਕ ਚੀਜ਼ ਦਾ ਬੈਡਰੂਮ ਦਾ ਸੰਬੰਧ ਸੌਣ ਦੇ ਨਾਲ ਹੈ। ਤਾਂ ਉਸੇ ਤਰ੍ਹਾਂ ਜਿਹੜਾ ਬਾਹਰਲਾ ਸਰੂਪ ਹੈ, ਉਹਦਾ ਸੰਬੰਧ ਪਰਮਾਰਥ ਦੇ ਨਾਲ ਹੈ। ਉਹ ਧਿਆਨ ਨੂੰ ਚੈਨਲਾਈਜ਼ ਕਰਨ ਵਾਸਤੇ ਹੈ, ਨਾ ਕਿ ਪੂਜਣ ਵਾਸਤੇ। ਠੀਕ ਹੈ ਨਾ? ਜਦੋਂ ਉਹ ਸੰਬੰਧ ਜੁੜੂਗਾ, ਹੁਣ ਜਿਵੇਂ ਆਪਾਂ ਧਰਮ ਸਥਾਨ 'ਤੇ ਜਾਂਦੇ ਹਾਂ, ਆਪਣਾ ਗੁਰਦੁਆਰਾ ਹੈ, ਮੰਦਿਰ ਹੈ, ਉਹਨਾਂ ਦਾ ਸੰਬੰਧ ਪਰਮਾਰਥ ਦੇ ਨਾਲ ਹੈ। ਸੋ ਉੱਥੇ ਜਾ ਕੇ ਸਾਡਾ ਧਿਆਨ ਉਸ ਤਰਫ ਇਕਾਗਰ ਹੁੰਦਾ ਹੈ, ਔਰ ਉਸ ਇਕਾਗਰਤਾ ਦਾ ਫਾਇਦਾ ਉਠਾਉਂਦੇ ਹੋਏ ਜਦੋਂ ਆਪਾਂ ਭਜਨ ਬੰਦਗੀ ਵਿੱਚ ਲੱਗਾਂਗੇ, ਤਾਂ ਸਾਡਾ ਧਿਆਨ ਅੱਗੇ ਵਧੂਗਾ। Ratsmai Babaji, my first question is that there have been mystics in this world who are not satsangis and probably have not taken Namdan but have reached somewhere in their spiritual journey. I want to know whether Namdan is the catalyst which accelerates the process of a spiritual journey, or is it the vehicle which will take us through? Beta, eventually whatever we do is to create a relationship with the Lord. Okay, now how we do it, that's up to us. So each mystic could have experimented in his way and found a different way. It would be very arrogant if we said this is the only way. Right. This is what we have experienced, so that is what we are putting in front. The idea is be a good human being, create a relationship with the Lord. Now, if you can do it in a different way, you're most welcome to that. I will never say that this is the only way. The only thing I will say is that we need the help. As human beings, as physical beings, we are very limited.
And by ourselves, we will not be able to sustain ourselves. So what we need is to enjoin ourselves to that creative power, which is the Shabad. Okay? Shabad is the creator, Shabad is the sustainer. So if we can enhance our capacity and capability by joining ourselves to that creative power, only then will we be able to reach our destination. On our own, if we think that the physical body has that capacity, it doesn't. And that's where the Shabad and the Naam comes in, beta. Thank you, Babaji. My second question is that my grandfather was a migrant from Pakistan, and I believe that that generation had they've witnessed mental traumas which we cannot even think of at the time of partition. We as a generation, somewhere I feel, lack that mental strength. What would be your advice to our generation or parents of our generation to improve on that mental strength such that we don't succumb to those pressures and get into anxiety or depression? But where pressure is concerned, it depends upon the individual. I don't think so it's a community or a country thing, or you can say that generation versus this generation. Yes, as physical beings, we are losing our strength. Yes, sir. And because we are losing our strength, that is why these pressures are getting to us. Now, part of it is that we have gone into the self-destructive mode. Good old days, there were large families, there were joint families. And if you were scared of your parents, there was some aunt or uncle or pua or masi, somebody you could go and talk to. Now the family nucleus has become very small. Parents don't have time. And that's why we are heading towards depression, because we can't cope with life the way it is. So we have reduced our parameters, and that's why we are facing the consequences. So it's not got nothing to do with the generation, it's got to do with the individual. Now, if we are able to face up to everything, we are able to stay in His will, automatically you get that inner strength that you can go through any adversity without losing your balance. Thank you so much, Babaji, for your grace. Thank you. बाबा जी भजन सिमरन में बैठती तो थोड़ी देर बाद नींद आने लग जाती है, तो भजन सिमरन पे ज़्यादा देर बैठा नहीं जाता। बेटा, नींद क्यों आती है? क्योंकि हमारी सारी जिंदगी इतनी टेंशन में भरी हुई है, इतने प्रभाव मन के ऊपर पड़े हुए हैं कि जब मन थोड़ी सी शांति महसूस करता है ना, तो वो नींद की अवस्था की तरफ चलना शुरू कर देता है। अब आप देखेंगे कि कई बारी हम 9-10 घंटे लेट कर भी उठते हैं और फिर भी सुस्ती महसूस होती है, और कई बारी आधा घंटा सोकर उठते हैं तो बड़ी ताजगी महसूस होती है। तो मन की बात है, जब तक मन में उतावलापन है आप बदलते रहेंगे साइड, तो जब मन में शांति आती है तो अपने आप वो ताजगी महसूस होती है। तो ये भी एक अवस्था है जिससे हमने आगे बढ़ना है। जब आपको पता चलता है फिर से शुरू करें और इस मुकाम से भी आगे बढ़ जाएंगे। बाबा जी, बेटी का रिश्ते की बात चल रही थी, लेकिन लॉकडाउन के कारण लड़का बाहर से नहीं आ सका, तो अभी और भी लगता है कि थोड़ा टाइम अभी लगेगा। तो जैसे इस बीच में और भी रिश्ते आ रहे हैं, तो हमें क्या करना चाहिए? नहीं, ये तो आपके घर की बात है, ये तो आप देखें बेटा। ठीक है, ये तो आप देखें कि आपको क्या सही लगता है। बाबा जी, बेटी लॉयर है, तो वो पूछ रही थी कि उसके प्रोफेशन में कई बार झूठ वगैरह भी बोलना पड़ता है, तो क्या करना चाहिए ऐसे? हजूर ने भी यही प्रश्न बड़े महाराज जी से पूछा था, क्योंकि वो भी वकील थे। तो जब उन्होंने वकालत शुरू की तो आप बड़े महाराज जी के पास गए, तो बड़े महाराज जी ने कहा, बेटा यहाँ गलत और सही की बात नहीं है, आप केस लेने से पहले उसको सही तरीके से चुनें, सही केस लें, और जब आपने केस चुन लिया फिर आपकी जिम्मेवारी बनती है कि आप उस केस को जीतने की कोशिश में लगें। थैंक यू बाबा जी। सारे परिवार पर ध्यान में करना और भजन सिमरन मन लगे। बाबा जी, मैं किसी का ना दुख नहीं देख सकता, तो इन्नी दया मेरी बख्शिश करो कि किसी भी दुखी ते जरूरतमंद की मदद निष्काम भावना नाल कर सका। बेटा देखो, हर एक ਆਪਾਂ ਦੂਜੇ ਨੂੰ ਉਨਾ ਹੀ ਦੇ ਸਕਦੇ ਹਾਂ ਜੋ ਆਪਣੇ ਕੋਲੇ ਹੈ। ਮੇਰੀ ਜੇਬ 100 ਰੁਪਏ, ਮੈਂ ਦੂਜੇ ਨੂੰ 90 ਦੇ ਸਕਦਾ। ਜੇ ਮੇਰੀ ਜੇਬ ਖਾਲੀ ਹੈ ਤਾਂ ਮੈਂ ਦੂਜੇ ਨੂੰ ਕੀ ਦੇਵਾਂਗਾ ਬੇਟਾ? ਸੋ ਇਹ ਕਈ ਵਾਰੀ ਲੱਗਦਾ ਹੈਗਾ ਸਾਨੂੰ ਕਿ ਜੀ ਇਹ ਤਾਂ ਸਵਾਰਥ ਹੋ ਗਿਆ, मगर बेटा प्रैक्टिकली चलना है।
ਜੇ ਮੇਰਾ ਮਨ ਦੁਖੀ ਹੈ ਜਾਂ ਮੇਰੇ ਘਰ ਵਿੱਚ ਖਾਣ ਨੂੰ ਰੋਟੀ ਨਹੀਂ ਤਾਂ ਮੈਂ ਦੂਜੇ ਦੀ ਕੀ ਮਦਦ ਕਰੂੰਗਾ ਬੇਟਾ ਮੈਂ? ਫਿਰ ਜੇ ਮੈਂ ਵੰਡਣਾ ਹੈ ਤਾਂ ਮੈਂ ਆਪਣਾ ਦੁੱਖ ਹੀ ਵੰਡੂੰਗਾ। ਸੋ ਇਸ ਕਰਕੇ ਪਹਿਲਾਂ ਆਪਣੇ ਪੈਰ ਜ਼ਮੀਨ ਤੇ ਲਿਆਓ ਬੇਟਾ, ਔਰ ਜਦੋਂ ਤੁਸੀਂ ਉਸ ਮਾਲਕ ਦੇ ਹੁਕਮ ਵਿੱਚ ਰਹਿਣ ਦੀ ਕੋਸ਼ਿਸ਼ ਵਿੱਚ ਲੱਗੋਗੇ, ਆਪਣੇ ਆਪ ਅੰਦਰੋਂ ਖੁਸ਼ੀ ਆਊਗੀ ਔਰ ਆਪਣੇ ਆਪ ਉਹ ਖੁਸ਼ੀ ਤੁਹਾਡੀ ਕਰਨੀ ਵਿੱਚ ਵੰਡੀ ਜਾਊਗੀ ਬੇਟਾ। ਬਾਬਾ ਜੀ ਇੰਨੀ ਦਇਆ ਮੇਰ ਬਖਸ਼ਿਸ਼ ਕਰਨਾ, ਇੰਨਾ ਪਿਆਰ ਨਮਰਤਾ ਬਖਸ਼ਣਾ ਕਿ ਹਰ ਜਗ੍ਹਾ ਤੁਹਾਨੂੰ ਮਹਿਸੂਸ ਕਰ ਸਕੀਏ। ਤੇ ਭਜਨ ਸਿਮਰਨ ਤੇ ਮੈਂ ਪੂਰਾ ਕੋਸ਼ਿਸ਼ ਕਰਾਂਗਾ, ਤੁਸੀਂ ਦਇਆ ਮੇਰ ਬਖਸ਼ਿਸ਼ ਕਰਨਾ। ਬਾਬਾ ਜੀ ਮੈਨੂੰ ਨਾ ਭਜਨ ਸਿਮਰਨ ਤੇ ਬਹਿਣਾ ਸੌਖਾ ਲੱਗਦਾ ਹੈ, ਪਰ ਮੇਰੇ ਕੋਲ ਫਿਜ਼ੀਕਲ ਸੇਵਾ ਨਹੀਂ ਹੁੰਦੀ। ਅੱਛਾ ਬੇਟਾ, ਸੱਚੀ ਸੇਵਾ ਤਾਂ ਉਹੀ ਹੈ, ਸੱਚੀ ਸੇਵਾ ਤਾਂ ਭਜਨ ਸਿਮਰਨ ਹੀ ਹੈ ਬੇਟਾ। ਜਿਹੜੀ ਬਾਹਰਲੀ ਸੇਵਾ ਉਹ ਤਾਂ ਸਿਰਫ ਮਾਹੌਲ ਬਣਾਉਣ ਵਾਸਤੇ ਹੈ। ਤੇ ਜੇ ਆਪਾਂ ਸੱਚੀ ਸੇਵਾ ਨਿਭਾ ਸਕਦੇ ਹਾਂ ਤਾਂ ਹੋਰ ਕਿਸੇ ਦੀ ਲੋੜ ਹੀ ਨਹੀਂ ਬੇਟਾ। ਪਰ ਬਾਬਾ ਜੀ ਮੈਨੂੰ ਜਿਸ ਤਰ੍ਹਾਂ ਮੈਂ ਸਾਰਿਆਂ ਨੂੰ ਦੇਖਦੀ ਹਾਂ, ਬਜ਼ੁਰਗਾਂ ਨੂੰ ਵੀ ਸੇਵਾ ਕਰਦੇ ਹੋਏ, ਤੇ ਮੈਨੂੰ ਆਪਣੇ ਆਪ ਤੇ ਬੜੀ ਗਿਲਟੀ ਮਹਿਸੂਸ ਹੁੰਦੀ ਹੈ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਬੇਟਾ। ਪਹਿਲੀ ਗੱਲ ਤਾਂ ਬੇਟਾ ਸੇਵਾ ਜਿਹੜੀ ਹੈ ਨਾ, ਇਹ ਜ਼ਰੂਰੀ ਨਹੀਂ ਕਿ ਕਿਸੇ ਧਰਮ ਸਥਾਨ ਤੇ ਜਾ ਕੇ ਕੋਈ ਕੰਮ ਕਰੀਏ ਉਹ ਸੇਵਾ ਹੈ। ਸੇਵਾ ਹੈ ਕਿ ਕਿਸ ਤੁਸੀਂ ਸੋਚ ਦੇ ਨਾਲ ਕਰਦੇ ਹੋ। ਜੋ ਕੰਮ ਤੁਸੀਂ ਨਿਸ਼ਕਾਮ ਹੋ ਕੇ ਕਰੋਗੇ ਨਾ, ਭਾਵੇਂ ਬੱਚਿਆਂ ਦੀ ਸੰਭਾਲ ਹੈ, ਭਾਵੇਂ ਕੋਈ ਕੰਮ ਕਾਜ ਹੈ, ਭਾਵੇਂ ਨੌਕਰੀ ਹੈ, ਭਾਵੇਂ ਆਪਣੇ ਮਾਂ-ਬਾਪ ਦੀ ਦੇਖਭਾਲ ਹੈ, ਜੋ ਕੰਮ ਨਿਸ਼ਕਾਮ ਹੋ ਕੇ ਕਰੋਗੇ ਉਹ ਤੁਹਾਡੀ ਸੇਵਾ ਬਣ ਜਾਊ। ਪਰ ਬਾਬਾ ਜੀ ਪਰਮਾਤਮਾ ਇੱਥੇ ਲਫ਼ਜ਼ ਹੈ ਨਿਸ਼ਕਾਮ, ਜਿੱਥੇ ਆਪਾਂ ਗਿਣਤੀ ਵਿੱਚ ਨਹੀਂ ਲਿਆਉਣਾ ਔਰ ਨਾ ਹੀ ਕਿਸੇ ਹੋਰ ਦੇ ਨਾਲ ਤੁਲਨਾ ਕਰਨੀ। ਤੁਸੀਂ ਦੇਖੋ ਬੇਟਾ, ਹਰੇਕ ਦੀ ਆਪਣੀ ਤਾਕਤ ਹੈ। ਹੁਣ ਸਾਰੇ ਤਾਂ ਜੇ ਮੈਂ ਦੇਖਾਂ ਕਿ ਬਈ ਕੋਈ ਬਹੁਤ ਵੱਡਾ ਪੱਥਰ ਚੱਕੀ ਜਾਂਦਾ ਹੈਗਾ ਔਰ ਮੈਂ ਕਹਾਂ ਮੈਂ ਵੀ ਚੁੱਕਣਾ ਔਰ ਮੇਰੇ 'ਚ ਤਾਕਤ ਨਾ ਹੋਵੇ ਤਾਂ ਮੈਂ ਨਿਭਾ ਸਕੂੰਗਾ ਬੇਟਾ? ਉਹਦੀ ਤਾਕਤ ਹੈ, ਉਹ ਕਰ ਸਕਦਾ। ਅਸੀਂ ਆਪਣੀ ਤਾਕਤ ਦੇ ਉੱਤੇ ਆਪਣੀ ਨੀਂਹ ਬਣਾਈਏ, ਨਾ ਕਿ ਕਿਸੇ ਹੋਰ ਦੀ ਤਾਕਤ ਉੱਤੇ। ਬਾਬਾ ਜੀ ਪਰਮਾਰਥ ਦੇ ਵਿੱਚ ਹਾਜ਼ਮਾ ਬਹੁਤ ਘੱਟ ਹੈ। ਮੈਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮਤਲਬ ਕਈ ਵਾਰ ਇਸ ਤਰ੍ਹਾਂ ਜਦੋਂ ਪਰਮਾਰਥ ਦੀਆਂ ਕਿਤੇ ਗੱਲਾਂ ਹੋ ਰਹੀਆਂ ਹੁੰਦੀਆਂ ਤੇ ਮੇਰੇ ਕੋਲੋਂ ਬੇਟਾ ਰੋਟੀ ਹਜ਼ਮ ਕਰਦੇ ਆ ਤਾਂ ਤਾਕਤ ਮਿਲੂਗੀ। ਜੇ ਆਪਾਂ ਬਾਹਰ ਨਿਕਾਲ ਸਿੱਟ ਦੇਵਾਂਗੇ ਤਾਂ ਕੀ ਰਹੂਗਾ ਬੇਟਾ? ਜਿੰਨਾ ਖਾਧਾ ਉਸ ਤੋਂ ਜ਼ਿਆਦਾ ਹੀ ਕੱਢ ਦੇਵਾਂਗੇ ਬੇਟਾ। ਘਰ ਵਿੱਚ ਕੋਈ ਕੀਮਤੀ ਚੀਜ਼ ਦਾ ਆਪਾਂ ਡੌਂਡੀ ਤਾਂ ਨਹੀਂ ਪਿੱਟਦੇ, ਉਹਨੂੰ ਸੰਭਾਲ ਕੇ ਰੱਖਦੇ। ਤੇ ਇਹ ਚੀਜ਼ਾਂ ਸੰਭਾਲ ਕੇ ਰੱਖਾਂਗੇ ਬੇਟਾ, ਕਿਸੇ ਹੋਰ ਨੂੰ ਕਦਰ ਨਹੀਂ ਹੁੰਦੀ ਇਹਨਾਂ ਚੀਜ਼ਾਂ ਦੀ। ਤੁਹਾਡਾ ਜੋ ਆਪਣਾ ਅਨੁਭਵ ਹੈ ਨਾ, ਆਪਣਾ ਐਕਸਪੀਰੀਅੰਸ ਹੈ, ਜੇ ਤੁਸੀਂ ਸੋਚੋਗੇ ਕਿ ਕਿਸੇ ਹੋਰ ਨੂੰ ਦੱਸ ਕੇ ਉਹਨੂੰ ਕਦਰ ਹੋਊਗੀ, ਨਹੀਂ ਹੋਊਗੀ। ਜਿਹੜਾ ਰੋਟੀ ਖਾਂਦਾ ਸਵਾਦ ਉਹਨੂੰ ਹੀ ਪਤਾ, ਜਿਹਨੇ ਨਹੀਂ ਖਾਧੀ ਉਹਨੂੰ ਕੀ ਪਤਾ ਸਵਾਦ ਦਾ। ਸੋ ਇਸ ਕਰਕੇ ਹਜ਼ਮ ਕਰੋ। बाबा जी कुछ समय से या कुछ सालों से मेरे अंदर डर का एक फोबिया पैदा हो गया है, जैसे फेयर ऑफ फैक्टर होता है जी, जिसके चलते हुए ना मुझे कई तकलीफ़ें होती हैं, लाइक ट्रेवलिंग अलोन, ट्रेवलिंग इन द प्लेन अलोन। सो हाउ टू कोप इट विद दैट? भाई साहब डर सभी को है, किसी को कोई डर है, किसी को कोई डर है। अब ये डर मन की चाल है, मन में कोई ताकत नहीं है। मन को ताकत आप देते हैं जब आप डर जाते हैं। अब मन कुछ कर नहीं सकता, मन सिर्फ प्रभाव आपके सामने रख सकता है। वो अलग अलग प्रभाव आपके सामने रख देता है, आप डर जाते हो, आप मन को उतनी ताकत और दे देते हो। सो इसलिए बेटा ये ठीक है, ये भी एक अवस्था है, सभी की है। कोई पहाड़ के ऊपर जाने से, कोई पानी से डरता है, कोई किसी चीज़ से डरता है, मगर साथ में विवेक इस्तेमाल करें कि इस डर के साथ इंसान तो अपने ऊपर बोझ डाल रहा है ना डर के। जब हम कहते हैं किस्मत मालिक ने बनाई है और उसके सहारे सारा कुछ चलेगा, तो फिर हम क्यों डरते हैं? थैंक यू बाबा जी, दया में रखना सर। ਬਾਬਾ ਜੀ ਅਗਰ ਆਪਾਂ ਜ਼ਿੰਦਗੀ 'ਚ ਕਦੀ ਤਿੰਨ ਸੇਵਾ ਨਾ ਕੀਤੇ ਹੋਵੇ, ਨਾ ਭਜਨ ਆਪਾਂ ਨਾ ਕਦੀ ਸੇਵਾ ਕੀਤੀ ਹੋਵੇ, ਨਾ ਆਪਾਂ ਸਤਸੰਗ ਸੁਣਿਆ ਹੋਵੇ, ਨਾ ਹੀ ਕਦੀ ਆਪਾਂ ਦਾਨ ਪੁੰਨ ਕੀਤਾ, ਪਰ ਫਿਰ ਆਪਾਂ ਚੌਥੀ ਸੇਵਾ ਪੂਰੀ ਨਿਭਾਈ ਹੋਵੇ ਆਪਣੀ, ਕੀ ਆਪਾਂ ਨੂੰ ਕਾਮਯਾਬੀ ਮਿਲੂਗੀ ਜ਼ਿੰਦਗੀ 'ਚ ਪੂਰੀ? ਬੇਟਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੇ ਤਿਸ ਪੂਰਨ ਕਾਮ। ਸੋ ਇਹ ਜਿਹੜੀਆਂ ਚੀਜ਼ਾਂ ਹੈਗਾ ਬੇਟਾ, ਪੁੰਨਦਾਨ ਕਰ ਲਿਆ, ਸਾਰਾ ਕੁਛ ਕਰ ਲਿਆ, ਚੰਗੇ ਕਰਮ ਬਣ ਗਏ, ਚੰਗੇ ਕਰਮ ਬਣ ਕੇ ਚੰਗੀ ਅਵਸਥਾ ਵਿੱਚ ਆ ਜਾਓਗੇ। ਚੰਗੀ ਅਵਸਥਾ ਵਿੱਚ ਆਏ ਜੇ ਫਿਰ ਇੰਦਰੀਆਂ ਦੇ ਭੋਗਾਂ 'ਚ ਲੱਗ ਗਏ, ਫਿਰ ਜਾ ਕੇ ਵਾਪਸ ਆਉਣਾ ਪਊਗਾ। ਇਹ ਚੱਕਰ ਤਾਂ ਚੱਲਦਾ ਰਹੂਗਾ। ਅਸੀਂ ਜੇ ਸਾਨੂੰ ਮੁਕਤੀ ਚਾਹੀਦੀ ਹੈ, ਅਸੀਂ 84 ਦੇ ਜੇਲ੍ਹ ਖਾਨੇ 'ਚੋਂ ਛੁਟਕਾਰਾ ਚਾਹੀਦਾ ਹੈ, ਉਹ ਤਾਂ ਹੀ ਹੋਊਗਾ ਜੇ ਆਪਾਂ ਨਾਮ ਦੀ ਕਮਾਈ ਵਿੱਚ ਲੱਗਾਂਗੇ। ਕਿਉਂਕਿ
ਸਾਡੇ ਅੰਦਰਲੀ ਸਫਾਈ ਕਰਨ ਵਾਸਤੇ ਸਾਨੂੰ ਨਾਮ ਦਾ ਸਹਾਰਾ ਚਾਹੀਦਾ ਹੈ। ਸ਼ਬਦ ਕਰਮ ਕੀ ਰੇਖ ਕਟਾਏ, ਸ਼ਬਦ ਸ਼ਬਦ ਸੇ ਜਾਈ ਮਿਲਾਏ। ਬਾਬਾ ਜੀ ਮੇਰਾ ਦੂਜਾ ਕੁਐਸਚਨ ਇਹ ਆ ਕਿ ਅਗਰ ਕਿਸੇ ਦਾ ਐਕਸੀਡੈਂਟ ਹੋ ਜਾਵੇ, ਉਹਦੀ ਲੱਤ ਦੇ ਬਾਂਹ ਵਿੱਚ ਫ੍ਰੈਕਚਰ ਹੋ ਜਾਵੇ ਤਾਂ ਡਾਕਟਰ ਉਹਨੂੰ ਕਹੇ ਤੂੰ ਨੌਨ ਵੈਜ ਖਾਣਾ ਹੀ, ਇਸ ਤੋਂ ਸਿਵਾ ਤੂੰ ਠੀਕ ਨਹੀਂ ਹੋ ਸਕਦਾ, ਤਾਂ ਕੀ ਉਹਨੂੰ ਖਾ ਲੈਣਾ ਚਾਹੀਦਾ ਆ? ਬਿਲਕੁਲ ਨਹੀਂ। ਅਗਰ ਜੇ ਇੱਕ ਦੋ ਅੱਧੀ ਵਾਰ ਖਾ ਵੀ ਲਿਆਵੇ ਗਲਤੀਆਂ, ਫੇਰ ਇਹ ਕੀ ਗੱਲ ਹੋਈ ਗਲਤੀ ਨਾਲ? ਗਲਤੀ ਦੇ ਨਾਲ ਜੇ ਆਪਾਂ ਜ਼ਹਿਰ ਖਾ ਲਵਾਂਗੇ ਫੇਰ ਨਹੀਂ, ਪਰ ਨਾਮ ਦਾ ਨਹੀਂ ਲਿੱਤਾ ਹੋਇਆ, ਉਹ ਤਾਂ ਪਹਿਲੋਂ ਦੀ ਗੱਲ ਆ। ਨਹੀਂ, ਪਹਿਲਾਂ ਬਾਅਦ ਦੀ ਗੱਲ ਨਹੀਂ ਬੇਟਾ, ਜ਼ਿੰਦਗੀ ਤੋਂ ਸਿੱਖੋ। ਹੁਣ ਜੋ ਹੋ ਗਿਆ ਉਹ ਤਾਂ ਹੋ ਗਿਆ, ਆਪਣਾ ਅਗਲਾ ਸਵਾਰ ਕੇ ਰੱਖੋ ਕਿ ਅੱਗੇ ਤੋਂ ਨਾ ਆਪਾਂ ਇਹੋ ਜਿਹਾ ਕੋਈ ਕੰਮ ਕਰੇ। ਠੀਕ ਹੈ ਨਾ? ਹੁਣ ਬੇਟਾ ਜਿਹੜੇ ਸਭ ਤੋਂ ਤਾਕਤਵਰ ਹੈ, ਹੁਣ ਹਾਥੀ ਹੈ, ਰਾਈਨੋਸਰਸ ਹੈ, ਇਹ ਸਾਰੀਆਂ ਉਹ ਸਾਰੇ ਵੈਜੀਟੇਰੀਅਨ ਹੈ। ਉਹਨਾਂ ਨੂੰ ਵੀ ਦੁੱਖ ਤਕਲੀਫ ਹੁੰਦੀ ਹੈ, ਮਗਰ ਇਹ ਮਤਲਬ ਤਾਂ ਨਹੀਂ ਕਿ ਉਹ ਕੰਪਰੋਮਾਈਜ਼ ਕਰਕੇ ਬਹਿ ਜਾਂਦੇ ਆ ਬੇਟਾ। ਇਹ ਇਨਸਾਨ ਦੀ ਫਿਤਰਤ ਹੈ ਕਿ ਆਸਾਨ ਤਰੀਕਾ ਲੈਂਦਾ ਹੈਗਾ। ਪਹਿਲੇ ਜ਼ਮਾਨੇ 'ਚ ਕਿੱਥੇ ਕੋਈ ਖਾਂਦਾ ਹੁੰਦਾ ਸੀ? ਪਹਿਲਾਂ ਤਾਂ ਘਰੇ ਵੜਨ ਹੀ ਨਹੀਂ ਦਿੰਦੇ ਸੀਗੇ। ਨਹੀਂ, ਥੋੜੀ ਦੇਰ ਦੀ ਗੱਲ, ਯਾਨੀ ਕਿ ਹੋ ਗਏ 15 ਸਾਲ ਹੋ ਗਏ ਗੱਲ ਨੂੰ। ਉਹ ਹਲਦੀ ਖਾਇਆ ਕਰੋ, ਹਲਦੀ ਵਿੱਚ ਜ਼ਿਆਦਾ ਤਾਕਤ ਹੈ ਬਜਾਏ ਇਹਦੇ ਕਿ ਦੂਜੀਆਂ ਚੀਜ਼ਾਂ ਖਾਣ ਨਾਲ। ਠੀਕ ਹੈ ਬਾਬਾ ਜੀ, ਆਪਣੀ ਦਇਆ ਹਮੇਸ਼ਾ ਬਣਾਏ ਰੱਖਿਓ ਬਸ। एक हुकूक सी दिल में होती है जब दर्द दिलों में होता है, मैं रातों को रोता हूँ जब सारा आलम सोता है। बाबा जी, अंदर से तड़फ और विराग इतनी आ चुकी है कि एक मुकाम पे मैं आके रुक गया हूँ। अब आपके और मेरे बीच में अब कुछ नहीं रह गया है। अब सिर्फ आपने मेरी मदद करनी है, आपने मुझे अपनाना है। बेटा सानू ना जे ਆਪਾਂ ਭਜਨ ਸਿਮਰਨ ਕਰਾਂਗੇ, ਆਪਾਂ ਅਵਸਥਾ ਇਹੋ ਜਿਹੀ ਲਿਆਣੀ ਹੈ ਜਿੱਥੇ ਕੋਈ ਮੰਗ ਨਾ ਰਵੇ ਸਾਡੀ। ਭਾਵੇਂ ਮਾਲਿਕ ਨੂੰ ਮੰਗਣਾ, ਇਹ ਵੀ ਮੰਗ ਹੈ, ਅਸੀਂ ਇਸ ਤੋਂ ਵੀ ਉੱਤੇ ਉੱਠਣਾ ਹੈ, ਕਿਉਂਕਿ ਆਪਾਂ ਨੂੰ ਤਾਂ ਉਹੀ ਚਾਹੀਦਾ ਜੋ ਉਹ ਦੇਊਗਾ। ਠੀਕ ਹੈ ਨਾ? ਆਪਾਂ ਸਾਰਿਆਂ ਨੇ ਸਰਦਾਰ ਬਹਾਦਰ ਦੀ ਕਹਾਣੀ ਸੁਣੀ ਹੈ ਨਾ, ਕਿ ਉਹ ਵੱਡੇ ਮਹਾਰਾਜ ਜੀ ਤੋਂ ਨਿਯੋਤਾ ਲੈ ਕੇ ਜਾਂਦੇ ਹੁੰਦੇ ਸੀਗੇ ਇੱਕ ਪੀਰ ਦੇ ਕੋਲੇ। ਇੱਕ ਦਿਨ ਉਹ ਪੀਰ ਇੰਨਾ ਖੁਸ਼ ਹੋਇਆ, ਉਹਨੇ ਕਿਹਾ ਕਿ ਸਰਦਾਰ ਆ ਜੱਫੀ ਪਾ ਲਾ, ਮੈਂ ਤੈਨੂੰ ਰੰਗ ਦੇਵਾਂਗਾ। ਉਹਨਾਂ ਨੇ ਕਿਹਾ ਨਾ ਰੰਗੀ, ਜਦੋਂ ਮੇਰਾ ਮੁਰਸ਼ਿਦ ਚਾਹੂਗਾ ਉਦੋਂ ਰੰਗੂਗਾ। ਸੋ ਇਸ ਕਰਕੇ ਆਪਾਂ ਨਹੀਂ ਕਿਸੇ ਤੋਂ ਕੁਛ ਵੀ ਮੰਗਣਾ ਬੇਟਾ। ਜਿੱਦਣ ਮਾਲਿਕ ਦੇਖੋ ਬੇਟਾ, ਜੋ ਆਪਣੇ ਹੱਕ ਦੀ ਦੌਲਤ ਹੈ ਨਾ, ਆਪਾਂ ਨੂੰ ਮਿਲੂਗੀ, ਕਿਸੇ ਹੋਰ ਨੂੰ ਨਹੀਂ ਮਿਲ ਸਕਦੀ। ਸਿਰਫ ਉਹ ਇਸ ਇੰਤਜ਼ਾਰ ਵਿੱਚ ਹੈ, ਜਿਵੇਂ ਮਾਂ-ਬਾਪ ਚਾਹੁੰਦੇ ਹੈ ਕਿ ਬੱਚੇ ਜੋ ਉਹਨਾਂ ਨੂੰ ਮਿਲ ਰਿਹਾ ਉਹਦੀ ਕਦਰ ਕਰਨ। ਕਦਰ ਹੋਊਗੀ ਤਾਂ ਸੰਭਾਲ ਸਕਦੇ ਆ, ਕਦਰ ਨਹੀਂ ਹੋਊਗੀ ਤਾਂ ਬਰਬਾਦ ਕਰਕੇ ਬਹਿ ਜਾਣਗੇ। ਜਿੱਦਣ ਸਾਨੂੰ ਉਹਦੀ ਕਦਰ ਪੈ ਗਈ ਨਾ, ਔਰ ਸਾਡਾ ਹਾਜ਼ਮਾ ਇੰਨਾ ਹੋ ਗਿਆ ਕਿ ਅਸੀਂ ਉਹਨੂੰ ਸੰਭਾਲ ਸਕਦੇ ਹਾਂ, ਉਹ ਫਿਰ ਇੱਕ ਹੱਥ ਨਾਲ ਨਹੀਂ ਦੇਊਗਾ, ਬੁੱਕਾਂ ਭਰ ਕੇ ਦੇਊਗਾ। आपका दीदार करना मेरी मजबूरी है, आपका दीदार करना मेरी मजबूरी है, तुझे रोज रोज तकना ਇਹ ਵੀ ਜ਼ਰੂਰੀ ਹੈ। ਪਿਆਰ ਨਾਲ ਇੱਕ ਵਾਰੀ ਵੇਖ ਲਿਆ ਕਰ, ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਹੈ। बाबा जी, सबसे पहले तो मैं आपका शुक्रिया अदा करना चाहता हूँ कि डेरे में रह के और सेवा करना, इसका सबसे बड़ा सौभाग्य आपने दिया है मुझे और मेरी फैमिली को। बाबा जी, जब भजन सिमरन में बैठता हूँ, उसमें ये है कि इनिशियली तो जो मेरा मन है वो टिक जाता है, कुछ टाइम बाद ध्यान इधर से उधर भागना स्टार्ट हो जाता है। तो उसके लिए आप कुछ रास्ता बताइए, कैसे मतलब ध्यान को, जैसे आप कहते हैं, एकत्रित करें, एक जगह इकट्ठा करें। तो उसके लिए मैं जस्ट आपसे पूछना चाहता हूँ। प्रैक्टिस बेटा, रोज़मर्रा जब हम बैठेंगे ना, मन को हमने आदत डाली हुई है, मन अपनी आदत से मजबूर है। इस वक्त मन को ये आदत पड़ी हुई है कि एक वक्त में 2-3 चीज़ें सोचता है, कभी ध्यान कहीं जाता है, कभी कहीं जाता है। अब भजन सिमरन के वक्त आप चाहते हो कि वो एकाग्र हो जाए, तो वक्त तो लगेगा ना। अब जिस चीज़ की हम रोज़मर्रा ज़िंदगी में आदत करेंगे वो काम आसान हो जाएगा, जिसकी आदत नहीं है वो मुश्किल लगेगा। जी बाबा जी, कंस्ट्रक्शन एक्टिविटीज़ की तरफ ज़्यादा भागता है एक्चुअली ना, तो जब भी ध्यान पे बैठते हैं तो मतलब इकट्ठा करना मुश्किल हो जाता है काफ़ी ज़्यादा। नहीं, वो बेटा देखो, पहले दिन गाड़ी चलानी थी तो कितना मुश्किल लगता था जी, मगर आज हाथ भी अपने आप हिलता है, बात भी कर सकते हैं। शुरू में
हम कहते थे बात मत कर, मेरे से एक्सीडेंट हो जाएगा। ध्यान देना पड़ता था कि एक्सेलरेटर कौन सा है, क्लच कौन सा है, ब्रेक कौन सी है जी। मगर प्रैक्टिस के साथ वही काम आसान हो गए ना जी। तो रोज़मर्रा ज़िंदगी में रोज़ बैठेंगे, प्रैक्टिस होगी, ये काम भी आसान हो जाता। बाबा जी फैमिली पे ध्यान में रखना जी, आपने आज तक मेरा साथ दिया, हमेशा ही मेरी फैमिली, वाइफ, सभी पे सर, पूरी फैमिली पे। My father has diagnosed him with cancer in 2011, and since then we are doing his seva. And more often we have to make sacrifices in our career and professional life. And ਇਸ ਟਾਈਮ ਉਹਨਾਂ ਨੂੰ ਵੀ ਸਾਡੀ ਬਹੁਤ ਜ਼ਰੂਰਤ ਹੈ ਔਰ ਅਸੀਂ ਵੀ ਆਪਣੇ ਕਰੀਅਰ ਦੇ ਸ਼ੁਰੂਆਤ 'ਤੇ ਹਾਂ, ਤਾਂ ਆਈ ਐਮ ਇਨ ਡਾਇਲਮਾ। ਆਪਾਂ ਨੂੰ ਇਸ ਡਾਇਲਮਾ ਨਾਲ ਕਿੱਦਾਂ ਡੀਲ ਕਰਨਾ ਚਾਹੀਦਾ? Beta, where cancer is concerned, as much as the medicine, what you need is positivity. ठीक है ना? Now there are two things. The medicines can only suppress, they can't treat. Treatment will take place from within if you are positive. अगर हम विश्वास रखेंगे, मालिक के हुक्म में रहेंगे, अपने आप हम सब चीज़ों का सामना कर सकते हैं। बच्चों का फ़र्ज़ बनता है माँ बाप की देखभाल करना, मगर दूसरी तरफ एक थोड़ा सा प्रैक्टिकल भी हमें सोचना पड़ेगा बेटा। सो बिटवीन द फैमिली मेम्बर्स यू कैन डिसाइड, एक बारी एक आ गया, एक बारी एक आ गया, फिर कोई और आ गया बेटा, प्रैक्टिकली ले। ਬਾਬਾ ਜੀ ਦੂਸਰਾ ਇਹ ਹੈਗਾ ਕਿ ਮੈਂ ਮਿਹਨਤ ਬਹੁਤ ਕਰਦਾ ਹੈਗਾ ਪਰ ਮੈਂ ਸਕਸੈਸਫੁਲ ਨਹੀਂ ਹੁੰਦਾ। ਜਲਦਬਾਜ਼ੀ ਨਾ ਕਰੋ। ਕਿਸੇ ਨੂੰ ਸਕਸੈਸ ਪਹਿਲਾਂ ਮਿਲ ਜਾਂਦੀ ਹੈ, ਕਿਸੇ ਨੂੰ ਬਾਅਦ 'ਚ ਮਿਲਦੀ ਹੈ। ਆਪਾਂ ਨੂੰ ਉਦੋਂ ਚਾਹੀਦੀ ਹੈ ਜਦੋਂ ਮਹਾਰਾਜ ਜੀ ਸਮਝਣ ਕਿ ਅਸੀਂ ਸੰਭਾਲ ਸਕਾਂਗੇ। ਲਰਨ ਟੂ ਸਪੇਸ ਯੋਰਸੈਲਫ ਆਊਟ ਬੇਟਾ, ਜਲਦਬਾਜ਼ੀ ਨਾ ਕਰੋ। ਅੱਜ ਕੱਲ੍ਹ ਦੇ ਬੱਚੇ ਜਲਦਬਾਜ਼ੀ ਕਰਦੇ ਆ, ਸਾਰਾ ਕੁਛ ਪੈਸਾ ਜਲਦੀ ਆ ਜੇ, ਜਲਦੀ ਵਿਆਹ ਹੋ ਜਾਏ, ਜਲਦੀ ਡਾਈਵੋਰਸ ਹੋ ਜਾਏ, ਸਾਰਾ ਕੁਝ ਜਲਦੀ ਹੋ ਜਾਏ। ਸੋ ਇਸ ਕਰਕੇ ਕਦਰ ਕਰੋ ਬੇਟਾ, ਮਿਹਨਤ ਕਰੋ, ਕਦਰ ਕਰੋ। ਜਿੰਨੀ ਕਦਰ ਕਰੋਗੇ ਬੇਟਾ ਆਪਣੇ ਆਪ ਉਸ ਮੁਕਾਮ ਤੇ ਮਾਲਿਕ ਖੁਦ ਲੈ ਕੇ ਜਾਊਗਾ। ਤੁਹਾਨੂੰ ਤਰਸ ਨਹੀਂ ਆਉਂਦਾ ਸਾਡੇ ਤੇ? ਤੁਹਾਨੂੰ ਨਹੀਂ ਆਉਂਦਾ ਮੇਰੇ ਤੇ? ਅਸੀਂ ਵੀ ਤਾਂ ਪੂਰਾ ਟਾਈਮ ਦੇ ਹੀ ਰਹੇ ਹਾਂ। ਹੈਂ? ਅਸੀਂ ਵੀ ਤਾਂ ਪੂਰਾ ਟਾਈਮ ਦੇ ਰਹੇ ਹਾਂ ਬੇਟਾ। ਜਿੱਦਣ ਪੂਰਾ ਟਾਈਮ ਦਿਓਗੇ ਫਿਰ ਇੱਥੇ ਖੜੇ ਹੋ ਕੇ ਸਵਾਲ ਨਹੀਂ ਪੁੱਛੋਗੇ। ਪਰ ਐਪਰੀਸ਼ੀਏਟ ਤਾਂ ਕਰਦੇ ਕਰੋ। ਬੇਟਾ ਸਕੂਲ ਵਿੱਚ ਨਾ ਬੱਚਾ ਹੋਵੇ, ਉਹਨੂੰ ਜ਼ਿਆਦਾ ਸ਼ਾਬਾਸ਼ੀ ਮਿਲੇ ਨਾ ਤਾਂ ਉਹ ਓਵਰ ਕੌਨਫੀਡੈਂਟ ਹੋ ਜਾਂਦਾ ਹੈ, ਫਿਰ ਉਹ ਪੜ੍ਹਾਈ ਬੰਦ ਕਰ ਦਿੰਦਾ ਹੈ। ਇਸ ਕਰਕੇ ਜਿੰਨਾ ਚਿਰ ਉਹ ਆਪਣੇ ਲਕਸ਼ ਤੱਕਰ, ਮੁਕਾਮ ਤੱਕਰ ਨਹੀਂ ਪਹੁੰਚਦਾ, ਜ਼ਿਆਦਾ ਸ਼ਾਬਾਸ਼ੀ ਨਹੀਂ ਦੇਈਦੀ ਹੁੰਦੀ। ਡਿਸਟਰੈਕਸ਼ਨਸ ਬਹੁਤ ਹੁੰਦੀਆਂ ਕਈ ਵਾਰ, ਜਿਹੜੀ ਭਜਨ ਸਿਮਰਨ 'ਚ ਬੜੀ ਰੁਕਾਵਟ ਕਰਦੀਆਂ ਨੇ। ਨਹੀਂ ਬੇਟਾ, ਫਿਰ ਤੁਸੀਂ ਕਹਿੰਦੇ ਹੋ ਕਿ ਇੱਕ ਪਾਸੇ ਅਸੀਂ ਤਾਂ ਕਰਦੇ ਹਾਂ ਪੂਰਾ। ਹੁਣ ਇਹੀ ਤਾਂ ਗੱਲ ਹੈ ਨਾ ਕਿ ਜੇ ਆਪਾਂ 2 ਕਦਮ ਅੱਗੇ ਚੁੱਕਾਂਗੇ ਔਰ 1 ਕਦਮ ਪਿੱਛੇ ਚੱਕਾਂਗੇ ਤਾਂ ਕਿਵੇਂ ਆਪਣਾ ਕੰਮ ਬਣੂਗਾ ਬੇਟਾ? ਰਹਿਮਤ ਕਰ ਦੋ ਨਾ ਹੋਵੇ ਬੇਟਾ। ਨਹੀਂ, ਇਹ ਤਾਂ ਜ਼ਿੰਦਗੀ ਦਿੱਤੀ ਹੈ ਸਿੱਖਣ ਵਾਸਤੇ। ਜਿੰਨਾ ਚਿਰ ਇਨਸਾਨ ਸਿੱਖਦਾ ਨਹੀਂ ਔਰ ਖੁਦ ਗਲਤੀ ਕਰਕੇ ਨਹੀਂ ਸਿੱਖਦਾ, ਕੋਈ ਸਿਖਾ ਨਹੀਂ ਸਕਦਾ ਉਹਨੂੰ। ਇਹ ਲਫ਼ਜ਼ਾਂ ਦਾ ਖੇਲ ਨਹੀਂ ਗਾ, ਇਹ ਕਰਨੀ ਦਾ ਖੇਲ ਹੈ ਬੇਟਾ। ਜਿੰਨਾ ਚਿਰ ਆਪ ਤੁਸੀਂ ਮਰਜ਼ੀ ਕਿਸੇ ਨੂੰ ਕੋਈ ਚੀਜ਼ ਸਮਝਾ ਦਿਓ, ਜਿੰਨਾ ਚਿਰ ਉਹਦੀ ਹੱਡ ਬੀਤੀ ਨਹੀਂ ਨਾ ਹੁੰਦੀ, ਉਹ ਨਹੀਂ ਸਿੱਖਦਾ। ਸੋ ਇਸ ਕਰਕੇ ਸਿੱਖੋ ਜ਼ਿੰਦਗੀ ਤੋਂ। ਜੇ ਜ਼ਿੰਦਗੀ ਤੋਂ ਆਪਾਂ ਸਿੱਖਾਂਗੇ, ਮਾਲਿਕ ਦੀ ਬਖਸ਼ਿਸ਼ ਹੀ ਬਖਸ਼ਿਸ਼ ਹੈ। ਪਰ ਪ੍ਰੋਬਲਮ ਇਹੀ ਹੈ ਕਿ ਬੇਟਾ ਇਨਸਾਨ ਸਿੱਖਦਾ ਨਹੀਂ। ਗਲਤੀਆਂ ਬਹੁਤ ਹੋਈਆਂ, ਬਖਸ਼ਿਸ਼। ਅੱਗੇ ਦੇਖੋ ਬੇਟਾ, ਪਿੱਛੇ ਮੁੜ ਕੇ ਨਾ ਦੇਖੋ। ਹੋ ਗਿਆ ਹੋ ਗਿਆ, ਉਹਨਾਂ ਨੂੰ ਬਸ ਓਨਾ ਹੀ ਯਾਦ ਰੱਖੋ ਕਿ ਆਪਾਂ ਦੁਬਾਰਾ ਨਾ ਦੁਹਰਾਈਏ, ਪਰ ਅੱਗੇ ਦੇਖੋ। ਭਜਨ ਸਿਮਰਨ ਕਰਨ ਦੀ ਹਿੰਮਤ ਦੇਣਾ ਬਾਬਾ ਜੀ। ਤੂੰ ਤਾਂ ਕਹਿੰਦੀ ਸੀ ਮੈਂ ਬਹੁਤ ਕਰਦੀ ਹਾਂ। ਕਰਦੀ ਤਾਂ ਹੈਗੀ ਹਾਂ, ਪਰ ਕਈ ਵਾਰ ਬਹੁਤ ਦਿਮਾਗ 'ਚ ਚੀਜ਼ਾਂ ਘੁੰਮਦੀਆਂ ਰਹਿੰਦੀਆਂ, ਜਿਹਦੀ ਵਜ੍ਹਾ ਕਰਕੇ ਧਿਆਨ ਨਹੀਂ ਲੱਗ ਪਾਉਂਦਾ ਪ੍ਰੋਪਰ। ਇਸੇ ਕਰਕੇ ਬੇਟਾ ਆਪਾਂ ਨਾ ਆਪਣੀ ਜ਼ਿੰਦਗੀ 'ਚ ਦੇਖਣਾ ਕਿ ਸਾਡਾ ਲਕਸ਼ ਕੀ ਹੈ ਔਰ ਪ੍ਰਾਇੋਰਿਟੀਜ਼ ਕੀ ਹੈ। ਤੇ ਜੇ ਆਪਾਂ ਮਾਲਿਕ ਨੂੰ ਸਭ ਤੋਂ ਅੱਗੇ ਰੱਖਾਂਗੇ, ਆਪਣੇ ਆਪ ਸਾਰਾ ਕੁਝ ਠੀਕ ਹੋ ਜਾਊਗਾ ਬੇਟਾ। ਹਿੰਮਤ ਦੇਣਾ ਬਾਬਾ ਜੀ। ਬਾਬਾ ਜੀ, ਇਹ ਦੁਨੀਆ ਬਣਾਈ ਹੀ ਕਿਉਂ ਗਈ, ਕੀ ਲੋੜ ਸੀ? ਬਸ। ਤੂੰ ਇਹ ਸਵਾਲ ਕਿਉਂ ਪੁੱਛਿਆ, ਕੀ ਲੋੜ ਸੀ? ਆਪਦੀ ਥਿੰਕਿੰਗ ਆ ਕੇ ਇੱਥੇ ਰੁਕ ਜਾਂਦੀ ਹੈ। ਸੋਚ ਇੱਥੇ ਆ ਕੇ ਰੁਕ ਜਾਂਦੀ ਹੈ। ਆਪਾਂ ਮਨ ਨੂੰ ਕਾਬੂ ਕਰਨਾ, ਆਪਾਂ ਮਨ ਦੇ ਅਧੀਨ ਹੋ ਕੇ ਨਹੀਂ ਚੱਲਣਾ। ਜਿਹਨੇ ਵੀ ਸ੍ਰਿਸ਼ਟੀ ਬਣਾਈ ਉਹਨੇ ਤਾਂ ਬਹੁਤ ਸੋਹਣਾ ਬਣਾਇਆ ਬੇਟਾ। ਮਾਲਕ ਦੀ ਕੋਈ ਵੀ ਚੀਜ਼ ਬਣਾਈ ਹੋਈ ਮਾੜੀ ਨਹੀਂ ਗੀ, ਇਹਨੂੰ ਮਾੜਾ ਅਸੀਂ ਕਰ ਦਿੰਦੇ ਹਾਂ ਬੇਟਾ।
ਆ ਹੁਣ ਜਿਵੇਂ ਬਿਮਾਰੀ ਆਈ ਹੈ, ਤਬਾਹੀ ਮਚ ਰਹੀ ਹੈ, ਇਹ ਇਨਸਾਨ ਦੀ ਬਣਾਈ ਹੋਈ ਹੈ, ਕੋਈ ਕੁਦਰਤ ਦੀ ਤਾਂ ਬਣਾਈ ਹੋਈ ਨਹੀਂ ਗੀ। ਸੋ ਇਸ ਕਰਕੇ ਬੇਟਾ ਚੰਗਾ ਔਰ ਮਾੜਾ ਇਨਸਾਨ ਕਰਦਾ ਹੈ, ਨਾ ਕਿ ਮਾਲਿਕ। ਮਾਲਿਕ ਨੇ ਤਾਂ ਹਰ ਇੱਕ ਚੀਜ਼ ਇੱਕ ਮਕਸਦ ਦੇ ਨਾਲ ਸੋਚ ਕੇ ਬਣਾਈ ਸੀ, ਆਪਾਂ ਸਮਝ ਨਹੀਂ ਪਾਏ। ਸੋ ਇਸ ਕਰਕੇ ਆਪਾਂ ਤਾਂ ਬੇਟਾ, ਸਾਡੇ ਵਿੱਚ ਉਹ ਅਕਲ ਨਹੀਂ ਗੀ ਹਲੇ, ਸਾਡੇ ਵਿੱਚ ਉਹ ਇੰਨਾ ਦਿਮਾਗ ਵੀ ਨਹੀਂ ਕਿ ਅਸੀਂ ਇਹਨਾਂ ਉਸ ਮਾਲਕ ਦੀ ਕਰਨੀ ਨੂੰ ਸਮਝ ਸਕੀਏ। ਜਿੰਨਾ ਚਿਰ ਆਪਾਂ ਉਸ ਮੁਕਾਮ 'ਤੇ ਨਹੀਂ ਨਾ ਪਹੁੰਚਾਂਗੇ। ਹੁਣ ਛੋਟਾ ਬੱਚਾ ਤੁਹਾਡੀ ਗੱਲਾਂ ਨੂੰ ਸਮਝ ਸਕਦਾ ਬੇਟਾ, 4-5 ਸਾਲ ਦਾ ਬੱਚਾ ਜੇ ਉਹ ਕਹੇ ਜੀ ਮੈਨੂੰ ਸਮਝਾਓ ਸਾਰਾ ਕੁਛ, ਉਹਦੀ ਸਮਝ 'ਚ ਆਊਗਾ ਕੁਛ ਨਹੀਂ। ਸੋ ਇਸ ਕਰਕੇ ਜਿੰਨਾ ਚਿਰ ਆਪਾਂ ਉਹਦੀ ਅਵਸਥਾ ਤੱਕ ਨਹੀਂ ਪਹੁੰਚਾਂਗੇ, ਕਿੱਥੋਂ ਸਮਝਾਂਗੇ ਇਹ ਚੀਜ਼ ਨਾ ਬੇਟਾ। ਇਸ ਵਕਤ ਸਾਡੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਜੋ ਵੀ ਅਸੀਂ ਸਮਝਦੇ ਹਾਂ ਕਿ ਵਿਛੋੜਾ ਹੋਇਆ, ਉਹਨੂੰ ਪੂਰਾ ਕਰੀਏ, ਬਜਾਏ ਇਹਦੇ ਕਿ ਆਪਾਂ ਉਹਨੂੰ ਪੁੱਛਣਾ ਸ਼ੁਰੂ ਕਰ ਦਈਏ ਕਿ ਤੂੰ ਕਿਉਂ ਭੇਜਿਆ ਸੀ। ਹੁਣ ਜਿਵੇਂ ਮਾਂ-ਬਾਪ ਬੱਚੇ ਨੂੰ ਪੜ੍ਹਾਈ ਵਾਸਤੇ ਭੇਜਦੇ ਆ, ਚੰਗਾ ਕਰਕੇ ਭੇਜਦੇ ਆ ਬੇਟਾ। ਹਾਂਜੀ। ਹੁਣ ਬੱਚਾ ਉੱਥੇ ਜਾ ਕੇ ਉੱਥੇ ਹੀ ਰਹਿ ਜਾਂਦਾ ਹੈ, ਵਾਪਸ ਨਹੀਂ ਆਉਂਦਾ। ਮਾਂ-ਬਾਪ ਨੇ ਤਾਂ ਕਿਸੇ ਕਾਰਜ ਵਾਸਤੇ ਭੇਜਿਆ ਸੀ ਨਾ। ਜੀ ਓਕੇ, ਥੈਂਕ ਯੂ। ਬਾਬਾ ਜੀ ਮੈਂ ਇਸ ਟਾਈਮ ਸਟੱਡੀ ਕਰਦਾ ਪਿਆ, ਬਟ ਘਰੇ ਕਈ ਵਾਰੀ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਮੈਨੂੰ ਸਟੱਡੀ ਨਹੀਂ ਕਰਨੀ ਚਾਹੀਦੀ, ਜੋਬ ਕਰਨੀ ਚਾਹੀਦੀ ਹੈ। ਅਤੇ ਮੈਨੂੰ ਉਹ ਰਹਿਣ ਦੇ, ਤੂੰ ਪਹਿਲਾਂ ਪੜ੍ਹਾਈ ਕਰ ਲਾ। ਹਾਂ, ਮੈਨੂੰ ਐਂ ਲੱਗਦਾ ਹੈਗਾ। ਹਾਂ, ਤੂੰ ਰਹਿਣ ਦੇ ਮੈਨੂੰ ਨੂੰ, ਪਹਿਲਾਂ ਪੜ੍ਹਾਈ ਕਰ ਲੈ ਬੇਟਾ। ਥੋੜ੍ਹੀ ਜਿਹੀ ਬੇਸਿਕ ਕੁਆਲੀਫਿਕੇਸ਼ਨ ਤਾਂ ਚਾਹੀਦੀ ਹੈ ਨਾ। ਜਿੰਨਾ ਚਿਰ ਉਹ ਬੇਸਿਕ ਕੁਆਲੀਫਿਕੇਸ਼ਨ ਆਪਣੀ ਪੂਰੀ ਨਹੀਂ ਹੋਊਗੀ ਤਾਂ ਨੌਕਰੀ ਕੌਣ ਦੇਊਗਾ ਬੇਟਾ। ਸੋ ਇਹ ਠੀਕ ਹੈ, ਇਸ ਵਕਤ ਵਿੱਚ ਜਵਾਨੀ ਵਿੱਚ ਸਾਡਾ ਧਿਆਨ ਦੂਜੇ ਪਾਸੇ ਹੁੰਦਾ, ਪੜ੍ਹਾਈ ਵੱਲ ਨਹੀਂ ਹੁੰਦਾ। ਮਗਰ ਬੇਟਾ ਬਿਹਤਰ ਇਹੀ ਹੈ ਕਿ ਇਸ ਵਕਤ ਥੋੜ੍ਹੀ ਜਿਹੀ ਮਿਹਨਤ ਕਰਕੇ ਆਪਾਂ ਅੱਗੇ ਜਾ ਕੇ ਮੌਜ ਕਰੀਏ। ਜੇ ਇਸ ਵਕਤ ਅਣਗਹਿਲੀ ਹੋਊਗੀ, ਸਾਰੀ ਉਮਰ ਆਪਾਂ ਨੂੰ ਮਿਹਨਤ ਕਰਨੀ ਪਊਗੀ। ਬਾਬਾ ਜੀ ਨਾਮਦਾਨ ਦੀ ਬਖਸ਼ਿਸ਼ ਕਰੀ, ਉਹਦੇ ਭਜਨ ਸਿਮਰਨ ਕਰਾ ਲਿਆ। ਬਾਬਾ ਜੀ ਤੁਸੀਂ ਬੜੀਆਂ ਰਹਿਮਤਾਂ ਕਰਦੇ ਹੋ, ਅਸੀਂ ਸਮਝ ਹੀ ਨਹੀਂ ਪਾਉਂਦੇ। ਬੇਟਾ ਮੈਂ ਕੀ ਰਹਿਮਤਾਂ ਕਰਦਾ, ਸੇਵਾ ਤੁਸੀਂ ਕਰਦੇ ਹੋ, ਧੁੱਪ ਵਿੱਚ ਤੁਸੀਂ ਸਾਰੇ ਜਾ ਕੇ ਲੱਗੇ ਹੋਏ ਹੋ। ਸੋ ਇਹ ਤਾਂ ਤੁਹਾਡੀ ਆਪਣੀ ਕਰਨੀ ਹੈ ਬੇਟਾ। ਇਹ ਤਾਂ ਤੁਹਾਡੀ ਵਡਿਆਈ ਹੈ ਕਿ ਤੁਸੀਂ ਮੇਰਾ ਨਾਂ ਅੱਗੇ ਲਾ ਦਿੰਦੇ ਹੋ, ਮਗਰ ਸੇਵਾ ਤਾਂ ਤੁਸੀਂ ਕਰਦੇ ਹੋ ਬੇਟਾ। ਅਬ ਗੁਨਾਹਗਾਰ ਹਾਂ ਬਾਬਾ ਜੀ, ਬਖਸ਼ ਲਓ। ਨਹੀਂ ਬੇਟਾ, ਆਪਾਂ ਕਦੇ ਵੀ ਨਹੀਂ ਐ ਸੋਚਣਾ। ਆਪਾਂ ਮਾਲਕ ਦੇ ਬੱਚੇ ਹਾਂ ਬੇਟਾ। ਉਹ ਪਰਮ ਪਿਤਾ ਸਾਡਾ ਅਕਾਲ ਪੁਰਖ, ਆਪਾਂ ਬਸ ਉਹਨੂੰ ਹੀ ਖੁਸ਼ੀ ਹਾਸਲ ਕਰਨੀ ਹੈ। ਜਿੰਨਾ ਸਾਡੇ ਤੋਂ ਹੁੰਦਾ ਹੈ, ਉਹਨੂੰ ਅਵਸਥਾ ਪਤਾ ਸਾਡੇ ਸਾਰਿਆਂ ਦੀ ਕਿ ਕਿੰਨੇ ਯੋਗ ਹੈ। ਆਪਾਂ ਜੇ ਆਪਣੇ ਵੱਲੋਂ ਕਰਾਂਗੇ, ਬਾਕੀ ਆਪਣੇ ਆਪ ਕਰਵਾਊਗਾ। ਆਪਣਾ ਪ੍ਰੇਮ ਬਖਸ਼ ਲਓ ਬਾਬਾ ਜੀ। ਕੋਈ ਬਾਬਾ ਜੀ ਮੇਰਾ ਕੋਈ ਸਵਾਲ ਨਹੀਂ ਹੈ। ਬਹੁਤ ਸ਼ੁਕਰ ਹੈ ਸੱਚੇ ਪਾਤਸ਼ਾਹ, ਮੈਨੂੰ ਪਿਆਰ ਦਿਓ ਜੀ, ਬੇਨਤੀ ਹੈ ਪਿਆਰ ਦਿਓ ਤੇ ਤੜਫ ਦਿਓ ਤੇ ਭਜਨ ਸਿਮਰਨ ਕਰ ਸਕਾਂ ਸੱਚੇ ਪਾਤਸ਼ਾਹ। ਭਾਈ ਸਾਹਿਬ ਦੇਖੋ, ਇਹ ਠੀਕ ਹੈਗਾ ਕਿ ਆਪਣੇ ਮਨ ਦੀ ਸ਼ਾਂਤੀ ਵਾਸਤੇ ਆਪਾਂ ਇਹ ਚੀਜ਼ਾਂ ਕਹਿ ਦਿੰਦੇ ਹਾਂ, ਮੰਗ ਲੈਂਦੇ ਹਾਂ, ਮਗਰ ਦੇਖੋ ਪਿਆਰ ਕੋਈ ਦੇਣ ਵਾਲੀ ਚੀਜ਼ ਨਹੀਂ ਗੀ। ਠੀਕ ਹੈ, ਹੁਣ ਆਪਾਂ ਤੋਂ ਬੱਚੇ ਕਹੋ ਜੀ ਤੁਸੀਂ ਮੈਨੂੰ ਪਿਆਰ ਸਿਖਾਓ ਜਾਂ ਪਿਆਰ ਦਿਓ। ਪਿਆਰ ਨਾ ਲਿੱਤਾ ਜਾ ਸਕਦਾ, ਨਾ ਦਿੱਤਾ ਜਾ ਸਕਦਾ। ਪਿਆਰ ਇੱਕ ਇਹੋ ਜਿਹੀ ਤਾਕਤ ਹੈ ਜਿਹਨੇ ਸਾਡੇ ਅੰਦਰੋਂ ਜਾਗਰਤ ਹੋਣਾ ਹੈ। ਜਿਵੇਂ ਜਿਵੇਂ ਰਿਸ਼ਤਾ ਜੁੜੂਗਾ, ਸਾਨੂੰ ਉਹਦੀਆਂ ਰਹਿਮਤਾਂ ਦਾ ਅਹਿਸਾਸ ਹੋਊਗਾ, ਆਪਣੇ ਆਪ ਸਾਡੇ ਅੰਦਰੋਂ ਪਿਆਰ ਜਾਗਰਤ ਹੋਊਗਾ ਬੇਟਾ। ਸੋ ਇਸ ਕਰਕੇ ਆਪਾਂ ਤਾਂ ਸਿਰਫ ਆਪਣੇ ਆਪ ਨੂੰ ਉਸ ਚੀਜ਼ ਦੇ ਲਾਇਕ ਬਣਾਉਣਾ ਹੈ ਕਿ ਅਸੀਂ ਕਦਰ ਕਰ ਸਕੀਏ, ਅਸੀਂ ਉਸ ਚੀਜ਼ ਨੂੰ ਸੰਭਾਲ ਸਕੀਏ। ਉਹਦੇ ਦੇਣ ਦੀ ਕੋਈ ਕਮੀ ਨਹੀਂ ਗੀ। ਸੱਚੇ ਪਾਤਸ਼ਾਹ ਕੋਈ ਕਮੀ ਨਹੀਂ ਹੈ, ਪਰ ਫਿਰ ਵੀ ਤੜਫ ਦਿਓ ਤਾਂ ਮੇਰਾ ਦੁਨੀਆ ਨੂੰ ਆਉਣ ਜੀ ਨਹੀਂ ਕਰਦਾ ਦੁਬਾਰੇ ਸੱਚੇ ਪਾਤਸ਼ਾਹ। ਆਪਣੇ ਵੱਲੋਂ ਆਪਾਂ ਬੇਟਾ ਭਜਨ ਸਿਮਰਨ ਕਰੀਏ, ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਆਪਣੇ ਆਪ ਬਖਸ਼ਿਸ਼ ਕਰੀਏ। ਰਾਸ ਬਾਬਾ ਜੀ ਕਈ ਵਾਰ ਜਦੋਂ ਦਰਸ਼ਨ ਦਿੰਦੇ ਹੋ ਤੁਸੀਂ ਤੇ ਸੇਵਾ ਕਰਦੇ ਆ ਤਾਂ ਉਦੋਂ ਖੁਸ਼ੀ ਨਹੀਂ ਮਿਲਦੀ ਬਾਬਾ ਜੀ, ਰੂਹ ਖੁਸ਼ ਨਹੀਂ ਹੁੰਦੀ ਹੈ ਕਿ ਬੇਟਾ ਕੀ ਪਰਖ ਹੈ ਤੁਹਾਨੂੰ? ਇਹ ਕੋਈ ਥਰਮਾਮੀਟਰ ਆਪਣੇ ਕੋਲੇ ਜਿਹਦੇ ਨਾਲ ਆਪਾਂ ਗਿਣ ਸਕਦੇ ਹਾਂ ਕਿ ਜੀ ਅੱਜ ਖੁਸ਼ੀ ਹੈ ਤਾਂ ਅੱਜ ਨਹੀਂ ਖੁਸ਼ੀ? ਬੇਟਾ ਦੇਖੋ, ਆਪਣੇ ਮਨ ਦੀ ਅਵਸਥਾ ਹੈ ਬੇਟਾ। ਇਹ ਜਿਹੜੀਆਂ ਖੁਸ਼ੀਆਂ ਔਰ ਗਮੀਆਂ ਹੈ ਨਾ, ਇਹ ਸਾਡੇ ਮਨ ਦੀ ਅਵਸਥਾ ਹੈ। ਮਨ ਜਦੋਂ ਚੰਗਾ ਸਮਝਦਾ ਸਾਰਾ ਕੁਝ, ਉਹ ਸਮਝਦਾ ਕਿ ਜੀ ਅੱਜ ਤਾਂ, ਜਿਵੇਂ ਛੋਟਾ ਬੱਚਾ ਹੈ ਬੇਟਾ,
ਉਹ ਮਾਂ ਤੋਂ ਮੰਗਦਾ ਹੈਗਾ ਕੁਛ, ਮਾਂ ਦੇ ਦਿੰਦੀ ਹੈ ਤਾਂ ਕਹਿੰਦਾ ਕਿ ਤੁਸੀਂ ਤਾਂ ਬਹੁਤ ਪਿਆਰ ਕਰਦੇ ਹੋ, ਮਾਂ ਨਾ ਕਰ ਦਿੰਦੀ ਹੈ ਫੱਟ ਦੇਣੇ ਕਹਿ ਦੂਗਾ ਮੈਨੂੰ ਪਿਆਰ ਨਹੀਂ ਕਰਦੇ ਤੁਸੀਂ। ਠੀਕ ਹੈ ਨਾ। ਹਾਲਾਂਕਿ ਮਾਂ ਨੇ ਜੇ ਨਾ ਵੀ ਕੀਤੀ ਹੈ ਤਾਂ ਪਿਆਰ ਕਰਕੇ ਕੀਤੀ ਹੈ। ਸੋ ਬੇਟਾ ਸਾਨੂੰ ਪਰਖਾਂ 'ਚ ਨਹੀਂ ਪੈਣਾ ਚਾਹੀਦਾ। ਉਹ ਤਾਂ ਆਇਆ ਹੀ ਦੇਣ ਵਾਸਤੇ ਹੈ, ਕੋਈ ਲੈਣ ਵਾਸਤੇ ਨਹੀਂ ਆਇਆ। ਸਾਡਾ ਬਰਤਨ ਮੁੱਧਾ ਕਦੇ ਪਿਆ ਹੁੰਦਾ, ਬਰਤਨ ਨੂੰ ਸਿੱਧਾ ਕਰਾਂਗੇ ਤਾਂ ਆਪਣੇ ਆਪ ਸਾਰਾ ਕੁਝ ਇਕੱਠਾ ਹੋ ਜਾਊਗਾ। ਮੁੱਧਾ ਪਿਆ ਤਾਂ ਬਾਹਰ ਡਿੱਗ ਪਊਗਾ ਬੇਟਾ। ਬਾਬਾ ਜੀ ਜਿਵੇਂ ਕਈ ਵਾਰ ਸੇਵਾ ਕਰਦੇ ਆ ਤੇ ਕੋਈ ਆਪਾਂ ਨੂੰ ਕੁਝ ਕਹਿ ਦਿੰਦਾ ਆ ਤਾਂ ਮਨ ਬੜਾ ਦੁਖੀ ਹੁੰਦਾ ਬਾਬਾ ਜੀ। ਨਹੀਂ ਬੇਟਾ, ਦੁੱਖ ਨਹੀਂ ਹੋਣਾ ਚਾਹੀਦਾ। ਦੇਖੋ ਆਪਾਂ ਸੇਵਾ ਕਿਉਂ ਕਰਦੇ ਹਾਂ ਬੇਟਾ? ਸੇਵਾ ਕਰਦੇ ਹਾਂ ਕਿ ਸਾਡੇ ਮਨ ਵਿੱਚ ਨਿਮਰਤਾ ਆਵੇ। ਠੀਕ ਹੈ ਨਾ। ਤੇ ਜੇ ਸਾਡੇ ਮਨ 'ਚ ਹੰਕਾਰ ਹੀ ਰਹਿਣਾ ਤਾਂ ਫਿਰ ਤਾਂ ਸੇਵਾ ਦਾ ਕੋਈ ਮਕਸਦ ਨਹੀਂ ਨਾ ਹੋਇਆ। ਸੋ ਮਹਾਰਾਜ ਜੀ ਇਹੋ ਜਿਹਾ ਮਾਹੌਲ ਬਣਾ ਦਿੰਦੇ ਆ ਕਿ ਤਾਂ ਹੀ ਤਾਂ ਨਿਮਰਤਾ ਆਊਗੀ ਬੇਟਾ। ਹੁਣ ਹਰੇਕ ਦੀ ਮਰਜ਼ੀ ਤਾਂ ਨਹੀਂ ਚੱਲ ਸਕਦੀ। ਠੀਕ ਹੈ, ਮੈਂ ਮੰਨਦਾ ਹੈਗਾ ਕਿ ਜਿਹੜੇ ਜਥੇਦਾਰ ਹੈ ਜਾਂ ਜਿਹੜੇ ਨਾਲ ਲੱਗੇ ਵੀ ਹੈਗੇ ਆ ਸੀਨੀਅਰ ਹੈ, ਉਹ ਕਈ ਵਾਰੀ ਉੱਚਾ ਨੀਚਾ ਬੋਲ ਜਾਂਦੇ ਹੈ, ਮਗਰ ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਚਲੋ ਸਾਡਾ ਅਹੰਕਾਰ ਟੁੱਟਿਆ ਬੇਟਾ। ਬਾਬਾ ਜੀ ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ ਬਾਬਾ ਜੀ, ਨਾਮਦਾਨ ਦੀ ਬਖਸ਼ਿਸ਼ ਜ਼ਰੂਰ ਕਰਿਓ ਜੀ। ਬਾਬਾ ਜੀ ਕਈ ਵਾਰ ਐਵੇਂ ਲੱਗਦਾ ਵੀ ਤੁਸੀਂ ਬਹੁਤ ਨੇੜੇ ਹੋ ਤੇ ਕਈ ਵਾਰ ਐਵੇਂ ਲੱਗਦਾ ਵੀ ਤੁਸੀਂ ਦੂਰ ਚੱਲ ਗਏ ਮੇਤੇ। ਬੇਟਾ ਮਾਲਿਕ ਨਾ ਦੂਰ ਰਹਿੰਦਾ ਹੈ ਤਾਂ ਨਾ ਨੇੜੇ ਰਹਿੰਦਾ ਹੈ। ਠੀਕ ਹੈ ਨਾ। ਪਹਿਚਾਣ ਦੀ ਗੱਲ ਹੈ ਬੇਟਾ। ਸਾਡਾ ਮਨ ਹੁਣ ਜੇ ਮਨ ਦੇ ਅੱਗੇ ਅੰਧੇਰਾ ਆ ਜੇ, ਸਾਨੂੰ ਦਿਖਾਈ ਨਹੀਂ ਦਿੰਦਾ, ਅਸੀਂ ਸੋਚਦੇ ਹਾਂ ਕਿ ਚਲੇ ਗਿਆ। ਮੈਂ ਤੁਹਾਡੇ ਸਾਹਮਣੇ ਬੈਠਾ ਨਾ, ਮੇਰੀ ਸ਼ਕਲ ਦਿਖਾਈ ਦੇ ਰਹੀ ਹੈ। ਹੁਣ ਜੇ ਤੁਸੀਂ ਆਪਣਾ ਚਿਹਰਾ ਉੱਧਰ ਮੋੜ ਕੇ ਕਹੋ ਜੀ ਕਿਤੇ ਉੱਠ ਕੇ ਚਲੇ ਗਏ, ਮੈਂ ਤਾਂ ਨਹੀਂ ਗਿਆ, ਤੁਹਾਡਾ ਧਿਆਨ ਦੂਜੇ ਪਾਸੇ ਹੋ ਗਿਆ ਬੇਟਾ। ਸੋ ਇਹ ਸਾਡੇ ਧਿਆਨ ਦੀ ਗੱਲ ਹੈ ਬੇਟਾ। ਧਿਆਨ ਸਾਡਾ ਦੁਨੀਆ 'ਚ ਫੈਲ ਜਾਂਦਾ, ਅਸੀਂ ਸੋਚਦੇ ਹਾਂ ਕਿ ਉਹ ਦੂਰ ਹੋ ਗਿਆ। ਧਿਆਨ ਨੂੰ ਵਾਪਸ ਲਿਆਵਾਂਗੇ, ਪਤਾ ਚੱਲੂਗਾ ਕਿ ਉਹ ਤਾਂ ਉੱਥੇ ਬੈਠਾ ਹੈਗਾ। ਬਾਬਾ ਜੀ ਥੈਂਕ ਯੂ ਸੋ ਮਚ। ਤੇ ਆਈਆਂ ਆਪਣੇ ਸੀਨੇ ਨਾਲ ਲਾਏ ਰੱਖਿਓ ਬਸ। ਬਾਬਾ ਜੀ ਐਸੀ ਦਇਆ ਮਿਹਰ ਕਰਿਓ ਕਿ ਹਰ ਟਾਈਮ ਤੁਹਾਡਾ ਭਜਨ ਸਿਮਰਨ ਕਰ ਸਕਾਂ। ਮਤਲਬ ਇੰਨੀ ਹਿੰਮਤ ਦਿਓ ਕਿ ਅੰਦਰ ਤੁਸੀਂ ਦਰਸ਼ਨ ਦਿਓ। ਬੇਟਾ ਉਹਨੇ ਤਾਂ ਬਹੁਤ ਕੁਛ ਦਿੱਤਾ ਹੈ, ਆਪਾਂ ਉਹਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਕਰ ਸਕੇ ਬੇਟਾ। ਉਹਦੇ ਦੇਣ ਦੀ ਕਮੀ ਨਹੀਂ ਗੀ, ਸਾਡੇ ਸੰਭਾਲਣ ਦੀ ਔਰ ਕਦਰ ਕਰਨ ਦੀ ਕਮੀ ਹੈ ਬੇਟਾ। ਕਦਰ ਕਰਾਂਗੇ ਖੁੱਲ੍ਹ ਕੇ ਦੇਊਗਾ ਬੇਟਾ। ਔਰ ਬਾਬਾ ਜੀ ਜਦੋਂ ਮਤਲਬ ਕਿ ਸਿਮਰਨ 'ਤੇ ਬੈਠਦੀ ਹਾਂ ਤਾਂ 45 ਜਾਂ ਘੰਟੇ ਬਾਅਦ ਨਾ ਲੱਤਾਂ 'ਚੋਂ ਪੇਨ ਘਬਰਾਹਟ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਉਸ ਟਾਈਮ ਸਮਝ ਨਹੀਂ ਆਉਂਦਾ ਕਿ ਮਤਲਬ ਸੀਟਿੰਗ ਚੇਂਜ ਕਰਨੀ ਪੈਂਦੀ ਆ, ਤਾਂ ਉਸ ਟਾਈਮ ਸਾਨੂੰ ਕਰਨੀ ਚਾਹੀਦੀ ਹੈ ਬੇਟਾ। ਜਿੰਨਾ ਕੁ ਤਾਂ ਬੈਠ ਸਕਦੇ ਉਹਨਾਂ 'ਤੇ ਬੈਠੇ ਰਹੋ। ਜੇ ਜ਼ਿਆਦਾ ਹੋ ਜੇ ਤਾਂ ਥੋੜ੍ਹਾ ਜਿਹਾ ਉੱਠ ਕੇ ਅੱਗੇ ਪਿੱਛੇ ਤੁਰ ਕੇ ਫਿਰ ਬੈਠ ਜਾਓ। ਔਰ ਬਰਦਾਸ਼ਤ ਨਹੀਂ ਹੁੰਦੀ ਬਾਬਾ ਜੀ ਬਹੁਤ। ਫਿਰ ਉੱਠ ਜਾਓ 2 ਮਿੰਟ ਉੱਠ ਕੇ ਅੱਗੇ ਪਿੱਛੇ ਤੁਰ ਕੇ ਫਿਰ ਬਹਿ ਜਾਓ ਬੇਟਾ। ਠੀਕ ਹੈ। ਔਰ ਬਾਬਾ ਜੀ ਜਦੋਂ ਮਤਲਬ ਕਿ ਭਜਨ ਸਿਮਰਨ ਕਰਕੇ ਨਾ ਲੇਟਦੀ ਹਾਂ ਮੈਂ, ਤਾਂ ਉਸ ਟਾਈਮ ਨਾ ਪਤਾ ਨਹੀਂ ਧੁਨ ਸੁਣਾਈ ਦਿੰਦੀ ਹੈ, ਤਾਂ ਕਈ ਵਾਰੀ ਖੱਬੇ ਪਾਸੋਂ ਸੁਣਾਈ ਦਿੰਦੀ ਹੈ। ਮਤਲਬ ਉਸ ਟਾਈਮ ਸਾਨੂੰ ਦੁਬਾਰਾ ਬੈਠਣਾ ਚਾਹੀਦਾ ਇਸ ਕੀ ਸੁਣਨਾ। ਨਹੀਂ, ਤੁਸੀਂ ਬੇਟਾ ਧਿਆਨ ਦਰਮਿਆਨ ਰੱਖੋ, ਇੱਥੇ ਰੱਖ ਕੇ ਨਾ ਬਸ ਉੱਥੇ ਰੱਖ ਕੇ ਸੁਣੀ ਚੱਲੋ ਬਸ। ਠੀਕ ਹੈ। ਬਾਬਾ ਜੀ ਦਇਆ ਮਿਹਰ ਕਰਿਓ ਕਿ ਅੰਦਰ ਤੁਹਾਡੇ ਦਰਸ਼ਨ ਕਰ ਸਕਾਂ।